पुलिस लिए बहुत बड़ा चैलेंज है। FIR दर्ज हो गई है, सो ये जोड़ा इन्हों के सैक्शन 7 सैक्शन 8 प्रिवेंशन ऑफ करप्शन एक्ट की धारा के नाल परचा दर्ज होंदा है, उसकी सज़ा मैक्सीमम 5 साल है। हुण इहदे विच सीधा अरैसट क्यों किया, ये भी एक सवालिया चिन्ह है। आफ्टरऑल जिहड़ा बंदा इन्ने हैवी वोटां तो जितया उहदे पिछे भी जनता हैगी, बाहर आके वो भी मुजाहरे करन दा ताकत रखता है, बाहर आके वो भी उहदे ते एक्शन लैण दा ताकत रखता है। तो जे पुलिस साबित ना कर पाई, क्या उहदा अरबां रुपए दा मानहानि दा भरपाई कर देगी? ਜਿਹੜਾ ਇੱਕ ਉਹਨਾਂ ਨੇ ਹੋਰ ਜੇ ਕਹੀਏ ਉਹ ਨਹੀਂ ਤੁਹਾਨੂੰ ਲੱਗਦਾ ਕਿ ਕਾਫੀ ਭਾਰੀ ਜਿਹੜਾ ਐਵੀਡੈਂਸ ਰਹੂਗਾ ਕਿ ਆਖਰ ਜਿਹੜਾ ਕਹਿੰਦੇ ਵੀ ਅਸੀਂ ਮੈਂ ਰਿਕਾਰਡਿੰਗ ਕਰੀ ਫਿਰ ਆਖਰਕਾਰ ਤੇ ਉਹਦੇ ਚ ਮੰਤਰੀ ਨੇ ਪੈਸੇ ਮੰਗੇ 5 ਲੱਖ ਰੁਪਏ 5 ਲੱਖ ਰੁਪਇਆ ਮੰਗ ਲਿਆ। ਇੱਕ ਗੱਲ ਦੱਸੋ, ਪਹਿਲੀ ਗੱਲ ਤੇ ਤੁਸੀਂ ਬ੍ਰੀਚ ਆਫ ਪ੍ਰਾਈਵੇਸੀ ਕਿੱਦਾਂ ਕਰ ਸਕਦੇ ਹੋ ਕਿਸੇ ਦੀ? ਜੇ ਤੁਸੀਂ ਸਟ੍ਰਿੰਗ ਆਪਰੇਸ਼ਨ ਕੀਤਾ ਉਹ ਕਿਹੜੇ ਇੰਸਟਰੂਮੈਂਟ ਤੇ ਕੀਤਾ? ਅੱਜ ਕੱਲ ਤੇ ਇਹੋ ਜਿਹੇ ਸੌਫਟਵੇਅਰ ਹੈਗੇ ਨੇ, ਗੱਲਾਂ ਮੈਂ ਕਰੂੰਗਾ ਆਵਾਜ਼ ਤੁਹਾਡੀ ਨਿਕਲੇਗੀ। ਇਹ ਕੱਲਾ ਜੇ ਉਹਨਾਂ ਨੇ ਰਿਕਾਰਡਿੰਗ ਕਰਕੇ ਦਿੱਤੀ ਤਾਂ ਇਸ ਬਿਨਾਂ ਦੇ ਉੱਤੇ ਕੱਲ ਨੂੰ ਇਹ ਨਹੀਂ ਵੀ ਮੰਤਰੀ ਨੂੰ ਕੋਈ ਸਜ਼ਾ ਹੋ ਜੂ, ਕੋਈ ਜੇਲ੍ਹ ਹੋ ਜੂਗੀ ਅੱਗੇ ਵਾਸਤੇ। ਜਦ ਤੱਕ ਉਹ ਰਿਕਾਰਡਿੰਗ ਪ੍ਰੂਵ ਨਹੀਂ ਹੁੰਦੀ, ਜਦ ਤੱਕ ਉਹ ਰਿਕਾਰਡਿੰਗ ਪ੍ਰੂਵ ਨਹੀਂ ਹੁੰਦੀ ਕਿ ਉਹ ਆਥੈਂਟਿਕ ਐਵੀਡੈਂਸ ਹੈ, ਬੰਦੂਕ ਚੋਂ ਚੱਲੀ ਗੋਲੀ ਜਦ ਤੱਕ ਇਹ ਸਾਬਤ ਨਾ ਕਰੇ, ਮੇਰੇ ਕੋਲ .22 ਹੈ ਮੰਨ ਲਓ ਤੇ .22 ਤੁਹਾਡੇ ਕੋਲ ਵੀ ਹੈ। ਹੁਣ ਦੋ ਜਣੇ ਅਸੀਂ ਇਕੱਠੇ ਬੈਠੇ ਹਾਂ, ਸਾਹਮਣੇ ਬੰਦਾ ਮਰ ਗਿਆ, ਕਿਹੜੀ ਰਿਵਾਲਵਰ ਚੋਂ .22 ਨਿਕਲੀ ਹੈ, ਕਿੱਦਾਂ ਸਾਬਤ ਕਰਾਂਗੇ? ਮੋਟਾ ਐਵੀਡੈਂਸ ਇਹੀ ਹੈ ਕਿ ਜਿਹੜੀ ਰਿਕਾਰਡਿੰਗ ਹੈ, ਜੇ ਰਿਕਾਰਡਿੰਗ ਕੱਲ੍ਹ ਨੂੰ ਸਾਬਤ ਹੁੰਦੀ ਹੈ ਫਿਰ ਮੰਤਰੀ ਨੂੰ ਦਾ ਜੇਲ੍ਹ ਜਾਣਾ ਤੈਅ ਹੈ, ਨਹੀਂ ਫਿਰ ਉਹ ਕੱਲ੍ਹ ਨੂੰ ਹੋ ਸਕਦਾ ਵੀ ਇਹ ਮਾਮਲੇ 'ਚ ਬਰੀ ਵੀ ਹੋਣ। ਸਰ ਨੋਟ ਓਨਲੀ ਰਿਕਾਰਡਿੰਗ, ਹੁਣ ਰਿਕਾਰਡਿੰਗ ਤੇ ਆ ਜਾਈਏ, ਉਹਦੀ ਸਕ੍ਰਿਪਟ ਕੀ ਹੈ? ਮੈਨੂੰ 5 ਲੱਖ ਰੁਪਏ ਦੇ ਦੇ, ਮੰਨ ਲਓ, ਕਿਹਦੇ ਬਦਲੇ ਦੇ ਦੇ, ਕਿਹੜੇ ਠੇਕੇ 'ਚ ਦੇ ਦੇ, ਕਿਉਂ ਦੇ ਦੇ, ਰੀਜ਼ਨ ਕੀ ਸੀ, ਕਿਸ ਚੀਜ਼ ਦੀ ਕੰਸੀਡਰੇਸ਼ਨ ਮੰਗੀ, ਕਿੱਦਾਂ ਸਾਬਤ ਕਰੇਗਾ? ਇਹ ਕਿੱਦਾਂ ਪ੍ਰੂਵ ਹੈ? ਮੈਂ ਤੁਹਾਨੂੰ ਕਹਿੰਦਾ ਭਾਜੀ ਮੈਨੂੰ 10 ਲੱਖ ਰੁਪਏ ਦੇ ਦਿਓ, ਕੀ ਪਤਾ ਮੈਂ ਧਾਰਾ ਮੰਗਦਾ ਪਿਆ, ਆਪਣਾ ਦਿੱਤਾ ਮੰਗਦਾ ਪਿਆ, ਕਿਵੇਂ ਰਿਸ਼ਵਤ ਮੰਗਦਾ ਪਿਆ? ਇਹ ਤਿੰਨ ਚੀਜ਼ਾਂ ਜਿਹਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ, ਸਮਝਾਓ। ਹੁਣ ਵਿਜੇ ਸਿੰਗਲਾ ਵਾਸਤੇ ਮੁਸ਼ਕਲਾਂ ਕੀ ਲੱਗਦੇ ਆ ਵੀ ਇਹਦੇ ਵਿੱਚ, ਯਾਨੀ ਕਿ ਦੋਨੇ ਰਸਤੇ ਨੇ, ਹਜੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਵਿਜੇ ਸਿੰਗਲਾ ਦੋਸ਼ੀ ਨੇ ਜਾਂ ਨਹੀਂ ਹੈਗੇ। ਸਜ਼ਾ 5 ਸਾਲ ਹੈ ਮੈਕਸੀਮਮ। ਆਪਾਂ ਹੁਣ ਸਟੇਟ ਵੱਲੋਂ ਸੋਚੀਏ 5 ਸਾਲ ਦੀ ਸਜ਼ਾ ਹੈ, ਤੇ ਜਿੱਦਣ ਵੀ ਇਹਦੀ ਫਸਟ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ, ਜੁਡੀਸ਼ੀਅਲ ਰਿਮਾਂਡ 'ਚ ਚਲੇ ਗਏ, 14 ਦਿਨ ਤੋਂ ਬਾਅਦ ਕਿਸੇ ਦਿਨ ਵੀ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ। ਕਹਿੰਦੇ ਕਿ ਜੇ ਸਟੇਟ ਚਲਾਨ ਨਹੀਂ ਪੇਸ਼ ਕਰ ਸਕੀ, ਬੰਦਾ 90 ਦਿਨ ਤੋਂ ਬਾਅਦ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਇਹ ਸਟੇਟ ਦੀ ਨਾਕਾਮਯਾਬੀ ਹੋਏਗੀ ਜੇ 90 ਦਿਨ 'ਚ ਚਲਾਨ ਪੇਸ਼ ਨਹੀਂ ਹੁੰਦਾ। ਚਲਾਨ ਪੇਸ਼ ਹੋਣਾ ਸਜ਼ਾ 'ਚ ਫਰਕ ਨਹੀਂ ਪੈਣਾ, ਪਰ ਚਲਾਨ ਨਾ ਪੇਸ਼ ਹੋਣਾ ਜ਼ਮਾਨਤ ਮਿਲ ਜਾਣੀ। ਸਤਿ ਸ਼੍ਰੀ ਅਕਾਲ। ਕੱਲ ਸਭ ਨੇ ਬਹੁਤ ਵੱਡਾ ਫੈਸਲਾ ਪੰਜਾਬ ਦਾ ਦੇਖਿਆ। ਡਾਕਟਰ ਵਿਜੇ ਸਿੰਗਲਾ ਜੇਲ੍ਹ 'ਚ ਬੈਠੇ ਨੇ, ਗ੍ਰਿਫਤਾਰ ਹੋਏ ਨੇ। ਮਾਮਲਾ ਭ੍ਰਿਸ਼ਟਾਚਾਰ ਦਾ ਸੀ ਤੇ ਭਗਵੰਤ ਮਾਨ ਨੇ ਜੇ ਕਹੀਏ ਕਿ ਆਪਦਾ ਮੰਤਰੀ ਟੰਗਣ ਨੂੰ ਟਾਈਮ ਨਹੀਂ ਲਾਇਆ, ਪਰ ਉਹਦੇ ਵਿੱਚ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਫੈਕਟ ਸਾਹਮਣੇ ਆਏ ਨੇ, ਇੱਕ ਤਾਂ ਗੱਲ ਇਹ ਕਰਾਂਗੇ ਕਿ ਆਖਰ ਵਿਜੇ ਸਿੰਗਲਾ ਵਾਸਤੇ ਮੁਸ਼ਕਲਾਂ ਕਿੰਨੀਆਂ ਕੁ ਵਧੀਆਂ, ਲੌਂਗ ਟਾਈਮ 'ਚ ਵਿਜੇ ਸਿੰਗਲਾ ਨੂੰ ਹੋਰ ਕਿੰਨੀ ਜੇਲ੍ਹ ਹੋਊਗੀ ਜਾਂ ਫਿਰ ਕੋਈ ਬਚਣ ਦੇ ਰਾਹ ਹੈਗੇ ਨੇ। ਦੂਜੇ ਪਾਸੇ ਸਭ ਤੋਂ ਵੱਡਾ ਪੁਆਇੰਟ ਇਹਦੇ ਵਿੱਚ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਆਖਰਕਾਰ ਜਿਹੜੀ FIR ਹੈ, FIR ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਸ਼ਿਕਾਇਤਕਰਤਾ, ਹਾਲਾਂਕਿ ਰਜਿੰਦਰ ਸਿੰਘ ਨੇ ਸ਼ਿਕਾਇਤਕਰਤਾ, ਜੇਕਰ ਇਸ ਤਰ੍ਹਾਂ ਦਾ ਮਾਮਲਾ ਕਿਤੇ ਕੋਈ ਸਾਹਮਣੇ ਆਉਂਦਾ ਹੈ ਤਾਂ WhatsApp ਕਾਲ ਤੇ ਇੱਕ ਰਿਕਾਰਡਿੰਗ, ਇਹ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਨੇਗੀਆਂ ਜਿਨ੍ਹਾਂ ਦਾ ਜ਼ਿਕਰ ਹੋਇਆ ਤੇ ਇਹੀ ਕਾਰਨ ਬਣੀਆਂ ਨੇ ਵਿਜੇ ਸਿੰਗਲਾ ਦੀ ਜੇਲ੍ਹ ਜਾਣ ਦਾ। ਪਰ WhatsApp ਕਾਲ ਜਿਵੇਂ ਅੱਜ ਕੱਲ੍ਹ ਅਮੂਮਨ ਤੌਰ ਤੇ ਇਸ ਲਈ ਗੱਲ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ WhatsApp ਕਾਲ ਕਰਨ ਲੱਗ ਗਏ ਨੇ, ਖਾਸ ਕਰ ਉਹ ਲੋਕ ਜਿਨ੍ਹਾਂ ਨੇ ਕੋਈ ਅਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਡਰ ਹੁੰਦਾ ਵੀ ਇੱਕ ਤਾਂ ਰਿਕਾਰਡ ਨਾ ਹੋ ਜੇ, ਦੂਜੇ ਪਾਸੇ ਇਹ ਹੁੰਦਾ ਹੈ ਕਿ ਆਖਰਕਾਰ ਜੇ ਸਾਹਮਣੇ ਵਾਲੇ ਨੂੰ ਮੈਂ ਗੱਲ ਕਰ ਰਿਹਾ ਤਾਂ ਉਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਨਾ ਜਾਵੇ, ਕਾਲ ਰਿਕਾਰਡਿੰਗ ਤੋਂ ਲੈ ਕੇ ਦੂਜਾ ਕਾਲ ਰਿਕਾਰਡ ਤੱਕ। ਤੇ ਤੀਸਰੀ ਕਿ ਆਖਰਕਾਰ ਜਿਹੜੀ ਰਿਕਾਰਡਿੰਗ ਬਹਿ ਕੇ ਮਾਰੀ ਜਾਂਦੀ ਹੈ ਕਿਸੇ ਨਾਲ, ਜਿਵੇਂ ਅਸੀਂ ਬੈਠੇ ਆ ਅਸੀਂ ਇੱਕ ਦੂਜੇ ਦੀ ਗੱਲ ਰਿਕਾਰਡ ਕਰੀਏ ਬਿਨਾਂ ਤੇ ਤੁਹਾਨੂੰ ਦੱਸੇ, ਉਹ ਆਖਰਕਾਰ ਕਿੰਨੀ ਕੁ ਜਾ ਕੇ ਕੱਲ੍ਹ ਨੂੰ ਕਿਸੇ ਦੇ ਖਿਲਾਫ ਵਰਤੀ ਜਾ ਸਕਦੀ ਹੈ। ਐਡਵੋਕੇਟ ਸੁਨੀਲ ਮੱਲਨ ਹੈਗੇ ਸਾਡੇ ਨਾਲ। ਮੱਲਨ ਸਾਹਿਬ, ਦੇਖਿਆ ਜਾਵੇ ਵਿਜੇ ਸਿੰਗਲਾ ਵਾਲਾ ਮਾਮਲਾ ਤਾਂ ਪਤਾ ਹੀ ਹੋਊਗਾ ਤੁਹਾਨੂੰ ਕਿ ਕੀ ਹੋਇਆ, ਪੂਰਾ ਮਾਮਲਾ ਉਹਦੇ ਵਿੱਚ ਜਿਹੜਾ ਬਣਿਆ WhatsApp ਕਾਲ ਤੇ ਕਾਲ ਰਿਕਾਰਡਿੰਗ, ਦੋ ਚੀਜ਼ਾਂ ਦਾ ਜ਼ਿਕਰ ਹੋਇਆ। ਪਹਿਲਾਂ ਤਾਂ ਜਿੰਨਾ ਕਿ ਤੁਸੀਂ ਇਹ ਸਮਝੇ FIR ਨੂੰ, ਪਹਿਲਾਂ ਤਾਂ ਮੁਸ਼ਕਲਾਂ ਕਿੰਨੀਆਂ ਕਿ ਨੇ ਵਿਜੇ ਸਿੰਗਲਾ ਦੀ? ਦੇਖੋ, ਇਸ ਤਰ੍ਹਾਂ ਕਿ ਕੱਲੀ FIR ਪੜੋ ਤੇ ਮੈਂ ਤਾਂ ਇਹੀ ਕਹੂੰਗਾ ਕਿ ਮੁਸ਼ਕਲਾਂ ਬੜੀਆਂ ਥੋੜੀਆਂ ਨੇ ਕੱਲੀ FIR ਪੜ੍ਹ ਕੇ। ਕਾਰਨ ਹੈ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਹੈ। ਸਰਕਮਸਟੈਂਸ਼ੀਅਲ ਐਵੀਡੈਂਸ, ਉਹ ਬੰਦਾ ਇਹ ਕਹਿ ਰਿਹਾ ਕਿ ਮੈਂ ਇਹਦੇ ਨਾਲ ਇੰਨੀ ਵਾਰੀ ਮੈਨੂੰ ਕਾਲ ਆਈ ਹੈ, ਫਿਰ ਉਹਨਾਂ ਨੇ ਮੈਨੂੰ ਤੁਰਨ ਲੱਗਿਆ ਕਿਹਾ ਕਿ ਵੀ ਮੇਰੀ ਥਾਂ ਤੇ ਮੇਰਾ OSD ਜੋ ਕਹੇਗਾ ਸਮਝ ਲਈ ਮੈਂ ਤੈਨੂੰ ਕਿਹਾ। ਔਰ ਇਸ ਤਰ੍ਹਾਂ ਦੀਆਂ ਇੱਕ ਦੋ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹਦੇ ਉੱਤੇ ਜਾ ਕੇ ਗੱਲ ਹੁੰਦੀ ਹੈ। ਹੁਣ ਉਹ ਗੱਲ ਕਿੰਨੀ ਕੁ ਪੱਕੀ ਹੈ, ਕਿੰਨੀ ਕੁ ਕੱਚੀ ਹੈ, ਕਿੰਨਾ ਕੁ ਉਹਦੇ ਤੇ ਦੇਖਿਆ ਜਾਏਗਾ,
ਫਿਰ ਉਹਦੇ ਲਈ ਐਵੀਡੈਂਸ ਕੀ ਅਵੇਲੇਬਲ ਹੈ, ਜਿਹੜਾ ਵੀ ਬੰਦਾ ਕੰਪਲੇਨੈਂਟ ਹੈ ਉਹਦੀ ਐਵੀਡੈਂਸ ਦੇ ਮੁਤਾਬਕ ਹੀ ਅੱਗੋਂ ਜਿਹੜੀ ਹੈ ਉਹ ਜਿਹੜਾ ਪਰਚਾ ਹੈ ਉਹਦੇ ਤੇ ਭਾਰ ਪਏਗਾ ਜਾਂ ਉਹ ਬਚ ਜਾਏਗਾ। ਯਾਨੀ ਕਿ ਜਿਹੜੇ ਰਿਮਾਂਡ ਲਿਆ ਤੇ ਉਹਦੇ ਵਿੱਚ ਕੋਈ ਪੁਲਿਸ ਕੀ ਕੱਢ ਪਾਉਂਦੀ ਹੈ ਕਿ ਕੀ ਤੱਥ ਜੁਟਾ ਪਾਉਂਦੀ ਹੈ? ਹਾਂ, ਜਦੋਂ ਰਿਮਾਂਡ ਲੈਂਦੀ ਹੈ ਪੁਲਿਸ, ਬੇਸਿਕਲੀ ਰਿਮਾਂਡ ਕਿਉਂ ਲਿਆ ਜਾਂਦਾ ਹੈ ਕਿ ਜੋ ਵੀ ਕੰਪਲੇਨੈਂਟ ਨੇ ਕੰਪਲੇਂਟ ਦਿੱਤੀ, ਮੈਂ ਇੱਕ ਕੰਪਲੇਂਟ ਦੇਤੀ, ਚਲੋ ਮੈਂ ਉਲਟ ਕਰਦਾ, ਤੁਸੀਂ ਵੀ ਕੰਪਲੇਂਟ ਦੇਤੀ ਕਿ ਸੁਨੀਲ ਕੁਮਾਰ ਨੇ ਮੇਰਾ ਚੀਜ਼ ਚੋਰੀ ਕਰ ਲਈ ਹੈ। ਸਭ ਤੋਂ ਪਹਿਲਾਂ ਤੇ ਪੁਲਿਸ ਦੀ ਇਹ ਡਿਊਟੀ ਬਣਦੀ ਹੈ ਸੈਕਸ਼ਨ 161 ਜਾਂ 160 ਜਿਹਦੇ ਚ ਨੋਟਿਸ ਦਿੱਤਾ ਜਾਂਦਾ ਹੈ। ਉਹਦੇ ਵਿੱਚ ਕਲੀਅਰ ਲਿਖਿਆ CRPC ਚ ਕਿ ਪਹਿਲਾਂ ਸੁਮਿਤ ਜੀ ਆਪਣੀ ਐਵੀਡੈਂਸ ਦੇਣ ਕਿ ਵਾਕਈ ਇਹੋ ਜਿਹਾ ਪ੍ਰੂਵ ਹੁੰਦਾ ਕਿ ਸੁਨੀਲ ਮੱਲਨ ਹੀ ਚੋਰ ਹੈ, ਸਮਾਨ ਉਹਨੇ ਚੋਰੀ ਕੀਤਾ ਹੈ। ਸੋ ਜਦੋਂ ਉਹ ਪ੍ਰਾਈਮਾ ਫਸਾਈਲ ਲੱਗੇ ਪੁਲਿਸ ਨੂੰ ਕਿ ਸੁਨੀਲ ਚੋਰ ਹੈ, ਤਾਂ ਉਹ ਡਿਪੈਂਡਿੰਗ ਅਪਨ ਗ੍ਰੈਵਿਟੀ ਆਫ ਆਫੈਂਸ, ਜੇ ਆਫੈਂਸ ਉਮਰ ਕੈਦ ਵਾਲਾ ਹੈ ਮੈਨੂੰ ਕੋਈ ਨੋਟਿਸ ਦੇਣ ਦੀ ਲੋੜ ਨਹੀਂ, ਪੁਲਿਸ ਸਿੱਧਾ ਆਏਗੀ ਮੈਨੂੰ ਅਰੈਸਟ ਕਰਕੇ ਤੇ ਨਾਲ ਲੈ ਜਾਏਗੀ। ਜੇ ਉਹ ਨੋਟਿਸ ਦੇਣ ਵਾਲਾ ਹੈ, ਕਿਉਂਕਿ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਕਿਹਾ ਹੋਇਆ ਹੈ, ਸੁਪਰੀਮ ਕੋਰਟ ਨੇ 7 ਈਅਰ ਲੈਸ ਉਹਦੇ ਵਿੱਚ, ਔਰ ਖਾਸ ਕਰਕੇ ਮੈਟਰੀਮੋਨੀਅਲ ਡਿਸਪਿਊਟਸ ਪਹਿਲਾਂ ਨੋਟਿਸ ਦਿਓ, ਈਵਨ FIR ਦਰਜ ਹੋਣ ਤੋਂ ਬਾਅਦ ਵੀ, FIR ਤੋਂ ਪਹਿਲਾਂ ਤੇ ਦੇਣਾ ਬਾਅਦ ਚ ਵੀ ਦੇਣਾ, ਫਿਰ ਉਹਨੂੰ ਅਰੈਸਟ ਕਰੋ 3 ਨੋਟਿਸ ਦੇਣ ਤੋਂ ਬਾਅਦ ਜੋ ਨਹੀਂ ਆਉਂਦਾ। ਸੋ ਇਹਦੇ ਵਿੱਚ ਇਹ ਜਿਹੜਾ ਇਹਨਾਂ ਤੇ ਸੈਕਸ਼ਨ 7 ਸੈਕਸ਼ਨ 8 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ ਦੇ ਨਾਲ ਪਰਚਾ ਦਰਜ ਹੁੰਦਾ ਹੈ, ਉਹਦੀ ਸਜ਼ਾ ਮੈਕਸਿਮਮ 5 ਸਾਲ ਹੈ। ਹੁਣ ਇਹਦੇ ਵਿੱਚ ਸਿੱਧਾ ਅਰੈਸਟ ਕਿਉਂ ਕੀਤਾ, ਇਹ ਵੀ ਇੱਕ ਸਵਾਲੀਆ ਚਿੰਨ੍ਹ ਹੈ। ਮੈਂ ਬਤੌਰ ਐਡਵੋਕੇਟ ਗੱਲ ਕਰ ਰਿਹਾ, ਆਪਾਂ ਇਮੋਸ਼ਨਲ ਗੱਲ ਨਹੀਂ ਕਰਦੇ, ਆਪਾਂ ਮੀਡੀਆ 'ਚ ਬੈਠੇ ਹਾਂ, ਸਹੀ ਗੱਲ ਕਰੀਏ। ਸੋ 5 ਸਾਲਾਂ ਵਾਲਾ ਜੁਰਮ ਵਾਲਾ ਜਿਹੜਾ ਕੇਸ ਹੈ 7 ਤੇ 8 'ਚ ਘੱਟੋ ਘੱਟ 6 ਮਹੀਨੇ ਵੱਧ ਤੋਂ ਵੱਧ 5 ਸਾਲ ਕੈਦ ਹੈ। ਉਹਦੇ ਵਿੱਚ ਵੀ ਨੋਟਿਸ ਦਿੱਤਾ ਗਿਆ, ਨੋਟਿਸ ਨਹੀਂ ਦਿੱਤਾ ਗਿਆ, ਸਿੱਧਾ ਅਰੈਸਟ ਕੀਤਾ ਗਿਆ। ਫਿਰ ਹਾਲੇ ਤੱਕ ਜਿਹੜੀ FIR 'ਚ ਭਾਸ਼ਾ ਲਿਖੀ ਆ ਉਹ ਸਰਕਮਸਟੈਂਸ਼ੀਅਲ ਐਵੀਡੈਂਸ ਹੈ। ਉਹ ਕਹਿੰਦਾ ਮੈਨੂੰ ਇੰਨੀ ਤਰੀਕ ਨੂੰ ਇੰਨੇ ਵਜੇ, ਇੰਨੀ ਤਰੀਕ ਨੂੰ ਇੰਨੇ ਵਜੇ, ਇੰਨੀ ਤਰੀਕ ਨੂੰ ਇੰਨੇ ਵਜੇ ਕਾਲ ਆਉਂਦੀ ਹੈ, WhatsApp ਤੇ ਕਾਲ ਆਉਂਦੀ ਹੈ। ਉਹ ਕਾਲ ਕਿਸ ਕੰਮ ਲਈ ਕੀਤੀ ਹੋ ਸਕਦੀ ਹੈ, ਕੁਝ ਨਹੀਂ ਪਤਾ। ਫਿਰ ਉਹ ਇਹ ਵੀ ਕਹਿੰਦੇ ਆ ਕਿ ਜਦੋਂ ਮੈਂ ਆਇਆ ਉਸ ਵੇਲੇ ਮੈਨੂੰ ਮੰਤਰੀ ਜੀ ਮਿਲਦੇ ਨੇ, ਕਹਿੰਦੇ ਵੀ ਜੋ ਮੇਰਾ OSD ਕਹੇਗਾ ਉਹਨੂੰ ਉਹ ਹੀ ਸਮਝੀ ਜੋ ਮੈਂ ਕਹਿ ਰਿਹਾ। ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਟੋਟਲ 40 ਕਰੋੜ ਦੇ ਜਾਂ ਕਿੰਨੇ ਕਰੋੜ ਦੇ ਠੇਕੇ, ਉਹਦਾ 2% ਦੇ ਹਿਸਾਬ ਨਾਲ ਮੈਨੂੰ ਇੰਨੇ ਪੈਸੇ ਦੇ ਦਿਓ। ਹੁਣ ਉਹ ਜਿਹੜੀ ਗੱਲ ਕਨਵਰਸੇਸ਼ਨ ਹੁੰਦੀ ਹੈ ਦੋ ਬੰਦਿਆਂ ਦੇ ਵਿਚਕਾਰ ਹੁੰਦੀ ਹੈ। ਹੁਣ ਇੱਕ ਗੱਲ ਦਾ ਜਵਾਬ ਦਿਓ ਕਿ ਮੰਤਰੀ ਜੀ ਨੇ ਇੰਨੀ ਗੱਲ ਕਹੀ, ਉਹਦਾ ਗਵਾਹ ਕੌਣ ਹੈ? ਫਿਰ ਜੇ ਉਹ ਗੱਲ ਅੱਗੋਂ 2% ਮੰਗਿਆ ਗਿਆ, ਕਿਆ ਪਤਾ ਮੰਤਰੀ ਨੇ ਕਿਹਾ ਹੋਵੇ ਕਿ ਉਹਨੂੰ ਕਹੀ ਵੀ ਰਾਮ ਰਾਮ ਜੀ ਜਾਂ ਕਹੀ ਸਤਿ ਸ੍ਰੀ ਅਕਾਲ ਜੀ, ਉਹਨੇ ਕੋਲੋਂ ਗੱਲ ਬਣਾਤੀ ਹੋਵੇ। ਹੁਣ ਉਹ ਦੋਨਾਂ ਚੀਜ਼ਾਂ ਨੂੰ ਕਿਵੇਂ ਕੰਟਰੋਲ 'ਚ ਲਿਆਓਗੇ, ਕਿਵੇਂ ਫੜੋਗੇ? ਸੋ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ। FIR ਦਰਜ ਹੋ ਗਈ ਹੈ, ਇਮਾਨਦਾਰੀ ਦੀ ਅਸੀਂ ਕਦਰ ਕਰ ਰਹੇ ਹਾਂ, ਮਾਨ ਸਾਹਿਬ ਨੇ ਜੋ ਐਕਸ਼ਨ ਲਿਆ ਚੰਗੀ ਗੱਲ ਹੈ, ਪਰ ਬਚਾਅ ਪੱਖ ਦੀ ਵੀ ਜੇ ਗੱਲ ਕਰੀਏ ਤਾਂ ਬਚਾਅ ਪਕਸ਼ ਇਹ ਚੀਜ਼ਾਂ ਵੀ ਪੁੱਛਦੇ ਪਏ ਨੇ ਵੀ ਉਹ ਕਿਸ ਤਰ੍ਹਾਂ ਹੋਏਗਾ ਸਾਬਤ। ਔਰ ਜੇ ਮੰਨ ਲਓ ਇਹ ਮੰਤਰੀ ਕਲੀਨ ਚਿਟ ਬਾਹਰ ਆ ਗਿਆ, ਕਿਉਂਕਿ ਜੁਡੀਸ਼ਰੀ ਕਿਸੇ ਦੇ ਹੱਥ 'ਚ ਨਹੀਂ ਹੈ, ਕਿਸੇ ਦੇ ਹੱਥ 'ਚ ਨਹੀਂ, ਇੰਡੀਪੈਂਡੈਂਟ ਹੈ, ਔਰ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ, ਕਿਸੇ ਦਾ ਪ੍ਰੈਸ਼ਰ ਨਹੀਂ ਹੈ। ਆਫਟਰ ਆਲ ਜਿਹੜਾ ਬੰਦਾ ਇੰਨੇ ਹੈਵੀ ਵੋਟਾਂ ਤੋਂ ਜਿੱਤਿਆ ਉਹਦੇ ਪਿੱਛੇ ਵੀ ਜਨਤਾ ਹੈਗੀ ਹੈ, ਬਾਹਰ ਆ ਕੇ ਉਹ ਵੀ ਮੁਜ਼ਾਹਰੇ ਕਰਨ ਦਾ ਤਾਕਤ ਰੱਖਦਾ ਹੈ, ਬਾਹਰ ਆ ਕੇ ਉਹ ਵੀ ਉਹਦੇ ਤੇ ਐਕਸ਼ਨ ਲੈਣ ਦਾ ਤਾਕਤ ਰੱਖਦਾ ਹੈ। ਤੇ ਜੇ ਪੁਲਿਸ ਸਾਬਤ ਨਾ ਕਰ ਪਾਈ, ਕਿਆ ਉਹਦਾ ਅਰਬਾਂ ਰੁਪਏ ਦਾ ਮਾਨਹਾਨੀ ਦਾ ਭਰਪਾਈ ਕਰ ਦੇਗੀ ਪੁਲਿਸ? ਪਰ ਇਹਦੇ 'ਚ ਇੱਕ ਚੀਜ਼ ਦੱਸੋ ਨਾ ਵੀ ਆਖਰਕਾਰ ਪੁਲਿਸ ਇਹ ਰਿਕਾਰਡ ਤਾਂ ਕੱਲ੍ਹ ਲਾ ਸਕਦੀ ਹੈ ਵੀ WhatsApp ਕਾਲ ਇੰਨੇ ਵਾਰੀ ਫਿਰ ਕਰੀ ਕਿਉਂ ਉਹ ਇਹ ਤਾਂ ਕਿ ਸਵਾਲ ਹੋ ਸਕਦਾ। ਤੁਸੀਂ ਮੇਰੇ ਕੋਲ ਆਇਓ ਮੈਨੂੰ ਮਿਲਣ, ਤੁਸੀਂ ਮੈਨੂੰ 6 ਵਾਰੀ ਕਾਲ ਕੀਤੀ ਹੈ। ਡੈਫੀਨੇਟਲੀ ਆਈ ਐਮ ਮਿਨਿਸਟਰ, ਮੇਰੇ OSD ਦੀ ਡਿਊਟੀ ਉਹਨੂੰ ਕੰਮ ਮਿਲਿਆ ਕਿ ਤੂੰ ਇਸ ਬੰਦੇ ਨੂੰ ਬਾਰ-ਬਾਰ ਫੋਨ ਕਰ, ਇਹਦੇ ਕੋਲ ਇਹ ਸਵਾਲ ਪੁੱਛ, ਇਹਦੇ ਕੋਲ ਇਹ ਸਵਾਲ ਪੁੱਛ, ਇਹਦੇ ਕੋਲ ਇਹ ਸਵਾਲ ਪੁੱਛ, ਇਹਦੇ ਕੋਲ ਇਹ ਇਨਫੋਰਮੇਸ਼ਨ ਚਾਹੀਦੀ ਹੈ। ਹਾਊ ਡਜ਼ ਇਟ ਮੈਟਰ? ਮੈਨੂੰ ਤੁਹਾਡੇ ਨਾਲ ਅੱਜ ਕੰਮ ਹੈ, ਅੱਜ ਤੋਂ 15 ਦਿਨ 'ਚ ਤੁਹਾਡੀ ਮੇਰੀ ਕੋਈ ਕਾਲ ਨਹੀਂ ਹੈ, ਅੱਜ ਹੀ ਅੱਜ ਤੁਹਾਡੀਆਂ ਮੇਰੀਆਂ 4 ਕਾਲਾਂ ਨੇ। ਫਿਰ ਇਟ ਮੀਨਸ ਆਈ ਐਮ ਸਿਟਿੰਗ ਔਨ ਅ ਪੋਸਟ, ਮੈਨੂੰ ਤੁਹਾਡੇ ਕੋਲੋਂ ਜ਼ਰੂਰਤ ਹੈ ਕਿਸੇ ਚੀਜ਼ ਦੀ, ਸੂਚਨਾ ਦੀ ਜਾਂ ਕਿਸੇ ਕੰਮ ਦੀ, ਤੇ ਮੈਂ ਡਿਪਾਰਟਮੈਂਟ 'ਚ ਤੇ ਗੱਲ ਕਰ ਸਕਦਾ ਹਾਂ। ਤੇ ਨਾਲ ਹੀ ਫਿਰ ਜਿਹੜਾ ਇੱਕ ਉਹਨਾਂ ਨੇ ਹੋਰ ਜੇ ਕਹੀਏ, ਉਹ ਨਹੀਂ ਤੁਹਾਨੂੰ ਲੱਗਦਾ ਕਿ ਕਾਫੀ ਭਾਰੀ ਜਿਹੜਾ ਐਵੀਡੈਂਸ ਰਹੂਗਾ ਕਿ ਆਖਰ ਜਿਹੜਾ ਕਹਿੰਦੇ ਵੀ ਮੈਂ ਰਿਕਾਰਡਿੰਗ ਕਰੀ ਫਿਰ ਆਖਰਕਾਰ, ਤੇ ਉਹਦੇ 'ਚ ਮੰਤਰੀ ਨੇ ਪੈਸੇ ਮੰਗੇ 5 ਲੱਖ ਰੁਪਈਆ? 5 ਲੱਖ ਰੁਪਈਆ ਮੰਗ ਲਿਆ। ਇੱਕ ਗੱਲ ਦੱਸੋ, ਪਹਿਲੀ ਗੱਲ ਤੇ ਤੁਸੀਂ ਬਰੀਚ ਆਫ ਪ੍ਰਾਈਵੇਸੀ ਕਿੱਦਾਂ ਕਰ ਸਕਦੇ ਹੋ ਕਿਸੇ ਦੀ? ਪੁੱਛ ਕੇ, ਬੇਸ਼ੱਕ ਸਾਡੀ ਪੰਜਾਬ ਸਰਕਾਰ ਨੇ ਕਹਿਤਾ ਪਬਲਿਕ ਸਰਵੈਂਟ ਦੀ ਤੁਸੀਂ ਰਿਕਾਰਡਿੰਗ ਕਰ ਸਕਦੇ ਹੋ, ਪਰ ਉਹਨੂੰ ਦੱਸ ਕੇ ਕਰੋਗੇ ਕਿ ਮੈਂ ਤੇਰੀ ਰਿਕਾਰਡਿੰਗ ਸ਼ੁਰੂ ਕਰ ਲਈ। ਠੀਕ ਹੈ, ਜੇ ਤੂੰ ਸਟ੍ਰਿੰਗ ਆਪਰੇਸ਼ਨ ਕੀਤਾ ਹੈ, ਉਹ ਕਿਹੜੇ ਇੰਸਟਰੂਮੈਂਟ ਤੇ ਕੀਤਾ ਹੈ? ਅੱਜ ਕੱਲ੍ਹ ਤੇ ਇਹੋ ਜਿਹੇ ਸੌਫਟਵੇਅਰ ਹੈਗੇ ਨੇ, ਗੱਲਾਂ ਮੈਂ ਕਰੂੰਗਾ ਆਵਾਜ਼ ਤੁਹਾਡੀ ਨਿਕਲੇਗੀ। ਹੈਗੇ ਨੇ ਸੌਫਟਵੇਅਰ, ਜਿਹੜੇ ਬੰਦੇ ਸ਼ੈਤਾਨ ਹੈ ਉਹ ਇਹ ਕੰਮ ਵੀ ਕਰਦੇ ਆ।
ਫਿਰ ਓਰੀਜਨਲ ਇਨਸਟਰੂਮੈਂਟ ਕਿਹੜਾ ਸੀ, ਉਹਦੀ ਐਕੂਰੇਸੀ ਦਾ ਲੈਵਲ ਕੀ ਸੀ, ਬੜੀ ਇੰਪੋਰਟੈਂਟ ਹੈ ਗੱਲ ਜਾਣਨੀ। ਫਿਰ ਕਿਹੜੇ ਸੌਫਟਵੇਅਰ ਨੇ ਰਿਕਾਰਡਿੰਗ ਕੀਤੀ, ਉਹਦੀ ਓਰੀਜਨੈਲਿਟੀ ਦੇ ਉੱਤੇ ਸਵਾਲ ਚੁੱਕੇ ਜਾ ਸਕਦੇ ਨੇ। ਯਾਨੀ ਕਿ ਇਹ ਕੱਲਾ ਜੇ ਉਹਨਾਂ ਨੇ ਰਿਕਾਰਡਿੰਗ ਕਰਕੇ ਦਿੱਤੀ ਤਾਂ ਇਸ ਬਿਨਾਂ ਦੇ ਉੱਤੇ ਕੱਲ ਨੂੰ ਇਹ ਨਹੀਂ ਵੀ ਮੰਤਰੀ ਨੂੰ ਕੋਈ ਸਜ਼ਾ ਹੋ ਜੂ, ਕੋਈ ਜੇਲ੍ਹ ਹੋ ਜੂਗੀ ਅੱਗੇ ਵਾਸਤੇ। ਜਦ ਤੱਕ ਉਹ ਰਿਕਾਰਡਿੰਗ ਪ੍ਰੂਵ ਨਹੀਂ ਹੁੰਦੀ, ਜਦ ਤੱਕ ਉਹ ਰਿਕਾਰਡਿੰਗ ਪ੍ਰੂਵ ਨਹੀਂ ਹੁੰਦੀ ਕਿ ਉਹ ਆਥੈਂਟਿਕ ਐਵੀਡੈਂਸ ਹੈ, ਬੰਦੂਕ 'ਚੋਂ ਚੱਲੀ ਗੋਲੀ ਜਦ ਤੱਕ ਇਹ ਸਾਬਤ ਨਾ ਕਰੇ, ਮੇਰੇ ਕੋਲ 0.22 ਹੈ ਮੰਨ ਲਓ, ਤੇ 0.22 ਤੁਹਾਡੇ ਕੋਲ ਵੀ ਹੈ। ਹੁਣ ਦੋ ਜਣੇ ਅਸੀਂ ਇਕੱਠੇ ਬੈਠੇ ਹਾਂ, ਸਾਹਮਣੇ ਬੰਦਾ ਮਰ ਗਿਆ, ਕਿਹੜੀ ਰਿਵਾਲਵਰ 'ਚੋਂ 0.22 ਨਿਕਲੀ ਹੈ, ਕਿੱਦਾਂ ਸਾਬਤ ਕਰਾਂਗੇ? 0.22 ਤੇ ਦੋਨਾਂ ਕੋਲ ਹੈ ਨਾ, ਕਿਆ ਅਸੀਂ ਦੋਵਾਂ ਨੇ ਮਰਡਰ ਕੀਤਾ, ਗੋਲੀ ਤੇ ਇੱਕ ਚੱਲੀ, ਉਹ ਸਾਬਤ ਕਰਨਾ ਪਏਗਾ ਨਾ ਕਿ ਕਿਹੜੀ ਰਿਵਾਲਵਰ 'ਚ ਗੋਲੀ ਨਿਕਲੀ ਤੇ ਇੰਟੈਂਸ਼ਨ ਕੀ ਸੀ। ਇਸੇ ਤਰ੍ਹਾਂ ਹੀ ਇਹ ਸਾਬਤ ਕਰਨਾ ਪਏਗਾ ਨਾ। ਜਦ ਤੱਕ ਪ੍ਰੋਪਰ ਰਿਕਾਰਡਿੰਗ ਸਾਬਤ ਨਹੀਂ ਹੁੰਦੀ, ਉਹਦੀ ਪਰਪਸ ਤੇ ਇੰਟੈਂਸ਼ਨ, ਲਾਅ 'ਚ ਇੱਕ ਬੜਾ ਵੱਡਾ ਸ਼ਬਦ ਹੈਗਾ ਜੇ ਇੰਟੈਂਸ਼ਨ। ਮੈਂ ਛੋਟਾ ਭਰਾ ਮੇਰਾ, ਮੈਂ ਤੈਨੂੰ ਪਿਆਰ ਨਾਲ ਇੰਜ ਕਰ ਦਿੰਦਾ ਤੇ ਤੁਸੀਂ ਹੱਸੋਗੇ, ਖੁਸ਼ ਹੋਵੋਗੇ, ਹੱਕ ਜਿਹਾ ਫੀਲ ਕਰੋਗੇ ਕਿ ਵੱਡੇ ਭਰਾ ਨੇ ਮੈਨੂੰ ਇਦਾਂ ਠੋਲਾ ਮਾਰਿਆ। ਤੇ ਜੇ ਆਪਾਂ ਇਹੋ ਹੀ ਨਾਰਾਜ਼ ਹੋਈਏ ਤੇ ਮੈਂ ਵੇਖ ਕੇ ਮਤਲਬ ਵੇਖਾਂ ਵੀ ਤੇ ਸੁਮਿਤ ਨੇ ਕਹਿਣਾ ਘੂਰ ਕੇ ਵੇਖਦਾ ਹੀ ਮੇਰੇ ਵੱਲ, ਠੀਕ ਹੈ ਜੀ। ਸੋ ਮਨ 'ਚ ਭਾਵਨਾ ਇਹੋ ਜਿਹੀ ਆਉਣੀ ਹੈ ਕਿ ਅਸੀਂ ਘੂਰ ਕੇ ਵੇਖਿਆ। ਸੋ ਡਿਪੈਂਡ ਕਰਦਾ ਇੰਟੈਂਸ਼ਨ, ਲਾਅ ਦੀ ਭਾਸ਼ਾ 'ਚ ਇੰਟੈਂਸ਼ਨ ਹੈ। ਜੇ ਮੇਰੀ ਇੰਟੈਂਸ਼ਨ ਚੰਗੀ ਹੈ ਤੇ ਮੈਂ ਤੁਹਾਨੂੰ ਜ਼ੋਰ ਦੀ ਥੱਪੜ ਵੀ ਮਾਰ ਲਵਾਂ ਨਾ ਤਾਂ ਵੀ ਆਪਾਂ ਜੱਫੀ ਪਾਉਣੀ ਹੈ। ਪਰ ਜੇ ਕਹੀਏ ਕਿ ਆਖਰ ਹੁਣ ਕੁੱਲ ਮਿਲਾ ਕੇ ਇਹਦੇ ਵਿੱਚ ਮੋਟਾ ਐਵੀਡੈਂਸ ਇਹੀ ਹੈ ਕਿ ਜਿਹੜੀ ਰਿਕਾਰਡਿੰਗ ਹੈ, ਜੇ ਰਿਕਾਰਡਿੰਗ ਕੱਲ ਨੂੰ ਸਾਬਤ ਹੁੰਦੀ ਹੈ ਫਿਰ ਮੰਤਰੀ ਨੂੰ ਦਾ ਜੇਲ੍ਹ ਜਾਣਾ ਤੈਅ ਹੈ, ਨਹੀਂ ਫਿਰ ਉਹ ਕੱਲ ਨੂੰ ਹੋ ਸਕਦਾ ਵੀ ਇਹ ਮਾਮਲੇ 'ਚ ਬਰੀ ਵੀ ਹੋਣਾ। ਸਰ ਨਾਟ ਓਨਲੀ ਰਿਕਾਰਡਿੰਗ, ਹੁਣ ਰਿਕਾਰਡਿੰਗ ਤੇ ਆ ਜਾਈਏ, ਉਹਦੀ ਸਕ੍ਰਿਪਟ ਕੀ ਹੈ, ਵੀ ਉਹਨੂੰ 5 ਲੱਖ ਰੁਪਏ ਦੇ ਦੇ, ਮੰਨ ਲਓ, ਕਿਹਦੇ ਬਦਲੇ ਦੇ ਦੇ, ਕਿਹੜੇ ਠੇਕੇ 'ਚ ਦੇ ਦੇ, ਕਿਉਂ ਦੇ ਦੇ, ਰੀਜ਼ਨ ਕੀ ਸੀ, ਕਿਸ ਚੀਜ਼ ਦੀ ਕੰਸੀਡਰੇਸ਼ਨ ਮੰਗੀ, ਕਿੱਦਾਂ ਸਾਬਤ ਕਰੇਗਾ? ਕਿਉਂਕਿ ਇਹ ਚੀਜ਼ ਦਾ ਸਿੱਧਾ ਸੰਬੰਧ ਇਸ ਵਾਸਤੇ ਵੀ ਹੈ ਕਿਉਂਕਿ ਜੇ ਕਹੀਏ ਕਿ ਸਰਕਾਰ ਨੇ ਸਿੱਧੇ ਤੌਰ ਤੇ ਵੀ ਕਿਹਾ ਵੀ ਤੁਹਾਡੇ ਤੋਂ ਕੋਈ ਵੀ ਪੈਸੇ ਮੰਗਦਾ ਉਹਦੀ ਵੀਡੀਓ ਰਿਕਾਰਡਿੰਗ ਮਾਰੋ, ਉਹਦੀ ਰਿਕਾਰਡਿੰਗ ਮਾਰੋ, ਤੁਸੀਂ ਲਿਆਓ। ਇਹ ਉਹਦਾ ਪਹਿਲਾ ਮਾਮਲਾ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਕੋਲੇ ਪਹੁੰਚਿਆ, ਹਾਲਾਂਕਿ ਹੋਰ ਵੀ ਕਈ ਨੇ ਪਰ ਵੱਡਾ ਮਾਮਲਾ ਹੈ। ਮੈਂ ਕਹਿੰਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕੀ ਪਤਾ ਉਹਨਾਂ ਨੇ 5 ਲੱਖ ਧਾਰਾ ਦਿੱਤਾ ਹੋਵੇ, ਵਾਪਸ ਮੰਗ ਰਹੇ ਹੋਣ। ਕੰਟੈਂਸ਼ਨ ਤੇ ਆਓ ਨਾ ਸਰ, ਇਹ ਕਿੱਦਾਂ ਪ੍ਰੂਵ ਹੈ? ਮੈਂ ਤੁਹਾਨੂੰ ਕਹਿੰਦਾ ਭਾਜੀ ਮੈਨੂੰ 10 ਲੱਖ ਰੁਪਏ ਦੇ ਦਿਓ, ਕੀ ਪਤਾ ਮੈਂ ਧਾਰਾ ਮੰਗਦਾ ਪਿਆ, ਆਪਣਾ ਦਿੱਤਾ ਮੰਗਦਾ ਪਿਆ, ਕਿ ਮੈਂ ਰਿਸ਼ਵਤ ਮੰਗਦਾ ਪਿਆ। ਇਹ ਤਿੰਨ ਚੀਜ਼ਾਂ ਜਿਹਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ, ਸਮਝਾਓ ਮੈਨੂੰ। ਪਰ ਆਖਰ ਜੇ ਕਿਹਾ ਜਾਵੇ ਕਿ ਹੁਣ ਬਾਕੀ ਲੋਕਾਂ ਨੂੰ ਕਹਿਤਾ, ਜੇ ਕੋਈ ਹੁਣ ਜਿਹੜੇ ਆਮ ਲੋਕ ਕਿਸੇ ਵੀ ਅਫਸਰ ਦੀ ਮਾਰਨ ਵਗ ਜਾਂਦੇ ਨੇ, ਕਿਸੇ ਮੰਤਰੀ ਦੀ ਲਾ ਲਓ, ਜਿਵੇਂ ਹੁਣ ਚਲੋ ਮੰਤਰੀ ਦੀ ਹੋ ਗਈ ਆ, ਕਿਸੇ ਦੀ ਵੱਡੇ ਦੀ ਮਾਰਨ ਵਗ ਜਾਂਦੇ ਨੇ, ਆਮ ਲੋਕਾਂ ਵਾਸਤੇ ਜੇ ਕੋਈ ਕਿਸੇ ਦੀ ਰਿਕਾਰਡਿੰਗ ਮਾਰ ਕੇ ਜੇ ਕਹਿ ਦਈਏ ਤਾਂ ਉਹਦੇ ਵਾਸਤੇ ਰਾਹ ਕਿੰਨੇ ਕੁ ਸੌਖੇ ਨੇ ਜਾਂ ਔਖੇ ਨੇ? ਦੇਖੋ ਜੀ, ਹੋਰ ਐਵੇਂ ਦੇਖ ਕੇ ਵਾਕਿਆ ਕਾਰਨ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਕਹਿਣਾ, ਮੈਂ ਤੁਹਾਨੂੰ ਆਪਣਾ ਇੱਕ ਕੇਸ ਦੱਸਦਾ। ਮੇਰੇ ਇੱਕ ਕੇਸ 'ਚ ਇੱਕ ਡੀਐਸਪੀ ਨੇ ਰਿਪੋਰਟ ਬਣਾਤੀ ਕਿ ਇਹ ਜੁਰਮ ਸਾਬਤ ਹੁੰਦਾ ਹੈ, ਪਰਚਾ ਦਰਜ ਕੀਤਾ ਜਾਵੇ। ਦੂਜਾ ਡੀਐਸਪੀ ਆਂਦਾ ਹੈ, ਉਹਦਾ ਨਾਮ ਸੁਖਰਿੰਦਰ ਸਿੰਘ ਹੈ, ਤਰਨਤਾਰਨ ਲੱਗਾ ਸੀ। ਦੂਜਾ ਡੀਐਸਪੀ ਆਂਦਾ ਹੈ, ਕਹਿੰਦਾ ਜੀ ਇਹ ਆਰਟੀਆਈ 'ਚ ਗਲਤ ਸੂਚਨਾ ਦਿੱਤੀ ਗਈ ਹੈ, ਇਸ ਕਰਕੇ ਆਰਟੀਆਈ ਮਹਿਕਮਾ ਤੇ ਫੈਸਲਾ ਲਵੇ। ਉਸ ਬੇਵਕੂਫ ਨੂੰ ਕੋਈ ਸਮਝਾਵੇ, ਪਰਚਾ ਦਰਜ ਕਰਨ ਦੀ ਪਾਵਰ ਸਿਰਫ ਪੁਲਿਸ ਕੋ ਹੈ, ਨਾ ਕੋਰਟ ਕੋ ਵੀ ਨਹੀਂ ਹੈ। ਕੋਰਟ ਵੀ ਪੁਲਿਸ ਨੂੰ ਡਾਇਰੈਕਸ਼ਨ ਦਿੰਦੀ ਪਰਚਾ ਦਰਜ ਕਰੋ। ਉਹਨੇ ਰਿਸ਼ਵਤ ਖਾ ਲਈ ਤੇ ਉਹਨੇ ਲਿਖਤਾ ਵੀ ਆਰਟੀਆਈ ਮਹਿਕਮਾ ਤੇ ਫੈਸਲਾ ਕਰੇ। ਹਾਊ ਇਟ ਇਜ਼ ਪੋਸੀਬਲ? ਸੋ ਸਰ ਗੱਲ ਇਹ ਹੈ ਕਿ ਪੁਲਿਸ ਜਿਹੜੀ ਹੈ ਉਹ ਜਿਵੇਂ ਤੁਸੀਂ ਕਹਿੰਦੇ ਪਏ ਹੋ, ਹੁਣ ਜੇ ਮੇਰੇ ਪੋਲੀਟੀਕਲ ਪਾਵਰ ਸੀ, ਮਹਾਰਾਣੀ ਪਟਿਆਲਾ ਦੇ ਪੈਸੇ ਗਵਾਚੇ ਸੀ, ਯਾਦ ਹੈ ਤੁਹਾਨੂੰ ਸਾਰਿਆਂ ਨੂੰ? 24 ਘੰਟੇ ਚੋਰ ਲੱਭਿਆ ਗਿਆ, ਇੰਸਟਰੂਮੈਂਟ ਵੀ ਲੱਭ ਗਏ, ਪੈਸੇ ਵੀ ਵਾਪਸ ਆ ਗਏ। ਮੇਰਾ ਵੀ 74,000 ਗਵਾਚਾ, ਅੱਜ 7 ਸਾਲ ਹੋ ਗਏ। ਦਿਓ ਜਵਾਬ। ਪਾਵਰ ਜਿਹਦੇ ਕੋਲ ਹੈ ਜਾਂ ਪੈਸਾ ਜਿਹਦੇ ਕੋਲ ਹੈ, ਕਾਨੂੰਨ ਅੱਜ ਉਹਦੇ ਨਾਲ ਹੈ। ਨੋ ਡਾਊਟ ਆਮ ਆਦਮੀ ਪਾਰਟੀ ਤੋਂ ਸਾਨੂੰ ਬੜੀਆਂ ਉਮੀਦਾਂ ਨੇ ਕਿ ਕੁਝ ਚੰਗਾ ਹੋਣਾ ਸ਼ੁਰੂ ਹੋ ਗਿਆ। ਚਲੋ ਮੌਜੂਦਾ ਮੰਤਰੀ ਦੇ ਪਰਚਾ ਕੀਤਾ, ਕਿਸੇ ਬੇਸ ਤੇ ਕੀਤਾ ਹੋਊਗਾ, ਇਹਦਾ ਉਹਨਾਂ ਕੋਲ ਪੂਰੀ ਬੜੇ ਬੜੇ ਸਿਆਣੇ ਲੀਗਲ ਟੀਮ ਹੈ, ਸਟਰਿੰਗ ਪ੍ਰੋਪਰ ਹੋਇਆ ਹੋਊਗਾ, ਪ੍ਰੋਪਰ ਐਵੀਡੈਂਸ ਇਕੱਠੀ ਕੀਤੀ ਹੋਊਗੀ, ਪ੍ਰੋਪਰ ਯਕੀਨ ਤੋਂ ਬਾਅਦ ਪਰਚਾ ਕੀਤਾ ਹੋਊਗਾ। ਮੈਂ ਤਾਂ ਇਹ ਸਮਝਦਾ, ਬਟ ਜੇ ਕੱਚੇ ਪੈਰੀ ਪੈ ਗਏ ਆ ਤੇ ਬਹੁਤ ਮਹਿੰਗਾ ਪੈਣਾ ਪੰਜਾਬ ਸਰਕਾਰ ਨੂੰ। ਤੇ ਨਾਲ ਹੀ ਹੁਣ ਇਹ ਵੀ ਥੋੜਾ ਜਿਹਾ ਸਮਝਾ ਦਿਓ ਲਾਸਟ 'ਚ, WhatsApp ਕਾਲਾਂ ਲੋਕ ਬਹੁਤ ਕਰਦੇ ਨੇਗੇ, ਜ਼ਿਆਦਾਤਰ ਗੁਪਤ ਗੱਲਾਂ ਕਰਨ ਵਾਸਤੇ ਬਹੁਤ ਜ਼ਿਆਦਾ ਕਰਦੇ ਨੇ। ਕਈ ਸਹੇਲੀਆਂ ਨਾਲੋਂ ਤਾਂ ਛੱਡੋ, ਤੁਸੀਂ ਆਖਰ ਪੈਸੇ ਮੰਗਣ ਵਾਸਤੇ ਵੀ ਜਾਂ ਕਹੀਏ ਕਿ ਕਿਸੇ ਨੂੰ ਕੋਈ ਦਬਕਾਉਣਾ ਹੈ ਤਾਂ ਜ਼ਿਆਦਾਤਰ ਦੇਖਿਆ ਮੈਨੇ ਵੀ ਆਮ ਤੌਰ ਤੇ ਇਹਦੇ ਵਿੱਚ ਵੱਡੇ ਲੋਕਾਂ ਦਾ ਭਾਵ ਇਹ ਕਿ ਅਮੀਰ ਬੰਦੇ ਜਾਂ ਫਿਰ ਅਫਸਰ ਜਾਂ ਮੰਤਰੀ, ਇਹ ਬਹੁਤ WhatsApp ਕਾਲਾਂ ਕਰਦੇ ਨੇ। ਇੱਕ ਗੱਲ ਦੱਸ ਦੇਣਾ, ਅੱਜ ਬੜੇ ਕਲੀਅਰ ਤੌਰ ਤੇ WhatsApp ਕਾਲ ਵੀ ਰਿਕਾਰਡ ਹੁੰਦੀ ਜੇ, WhatsApp ਕਾਲ ਵੀ ਰਿਕਾਰਡ ਹੁੰਦੀ ਜੇ, ਉਹਦੀ ਵੀਡੀਓ ਕਾਲ ਵੀ ਰਿਕਾਰਡ ਹੁੰਦੀ ਜੇ। ਸਾਰੇ ਸੌਫਟਵੇਅਰ ਅੱਜ ਕੱਲ੍ਹ ਹੈਗੇ ਨੇ, ਚਾਹੇ ਉਹ ਝੂਠਾ ਸੇਬ ਵਾਲਾ ਫੋਨ ਹੈ,
ਜਿਹਨੂੰ ਆਪਾਂ ਐਪਲ ਫੋਨ ਕਹਿੰਦੇ ਆ, ਹਾਈ ਸਿਕਿਉਰਿਟੀ, ਉਹਦੀਆਂ ਵੀ ਕਾਲਾਂ ਰਿਕਾਰਡ ਹੁੰਦੀਆਂ ਨੇ, ਉਹਦੇ ਵਿੱਚ ਵੀ ਰਿਕਾਰਡ ਹੋ ਜਾਂਦੀਆਂ ਜੀ। ਪਰ ਜੇ ਤੁਹਾਡੇ ਵਰਗੇ ਵਕੀਲ ਨੇ ਕਹਿਤਾ ਇਹਦੀ ਲਿਆਓ ਤੁਸੀਂ, ਇਹਦੀ ਆਥੈਂਟਿਸਿਟੀ ਕੀ ਹੈ ਕਿ ਜਿਹੜਾ ਸੌਫਟਵੇਅਰ ਕਿਤੇ ਤੁਸੀਂ ਦੇਸੀ ਭਰ ਲਓ ਉੱਥੋਂ। ਇਹੋ ਹੀ ਗੱਲਾਂ ਦੇਖੋ, ਇਹ ਹੁਣ ਮੈਂ ਦੂਜੇ ਪਾਸੇ ਵੀ ਤੁਰਦਾ। ਹੁਣ ਇਹ ਐਵੀਡੈਂਸ ਦਾ ਮਾਮਲਾ ਹੈ, ਪਹਿਲਾਂ ਤੇ ਪਰਚਾ ਦਰਜ ਹੋ ਕੇ ਅੰਦਰ ਚਲਾ ਗਿਆ, ਮੁੜ ਕੇ 4 ਸਾਲਾਂ ਬਾਅਦ ਇਹਦੀ ਐਵੀਡੈਂਸ ਆਣੀ ਹੈ, ਉਦੋਂ ਐਵੀਡੈਂਸ ਚੋਂ ਬਚਦਾ ਛੁੱਟਦਾ ਬਾਅਦ ਦੀਆਂ ਗੱਲਾਂ। ਇੱਕ ਵਾਰ ਤੇ ਫਾਇਆ ਲੱਗ ਗਿਆ, ਫਿਰ ਕਿੱਧਰ ਜਾਓਗੇ? ਸੋ ਇਹ ਅੱਜ ਕੱਲ੍ਹ ਨਾ ਗਲਤਫਹਿਮੀ 'ਚ ਨੇ ਲੋਕ। ਅੱਜ ਕੱਲ੍ਹ ਤੇ ਤੁਸੀਂ ਤੁਰੇ ਜਾਂਦੇ ਪਿਓ ਨਾ ਸੜਕ ਤੇ, ਤੁਸੀਂ ਤਾਂ ਵੀ ਰਿਕਾਰਡਿੰਗ 'ਚ ਹੋ, ਗੂਗਲ ਅਰਥ ਤੁਹਾਨੂੰ ਲੱਭ ਰਿਹਾ, ਤੁਹਾਡੀ ਵੀਡੀਓ ਗੂਗਲ ਕੋਲ ਪਹੁੰਚ ਰਹੀ ਹੈ ਵੀ ਤੁਸੀਂ ਕਿੱਧਰੋਂ ਸੁਨੀਲ ਮਿਲਣ ਕਿੱਧਰ ਨੂੰ ਜਾਂਦਾ। ਦੇਖ ਲਓ ਤੁਹਾਡੀ ਮੋਬਾਈਲ ਤੇ ਆ ਜਾਂਦਾ ਮੈਸੇਜ ਹਫਤੇ ਬਾਅਦ ਕਿ ਦਿਸ ਵੀਕ ਟੂਰ, ਤੇ ਉੱਥੇ ਤੂੰ ਹਵੇਲੀ ਤੇ ਰੁਕਿਆ ਸੀ, ਉਹ ਕਿੱਦਾਂ ਦੀ ਲੱਗੀ ਤੈਨੂੰ? ਫਿਰ ਤੂੰ ਪੀਜ਼ਾ ਹਟ ਤੇ ਰੁਕਿਆ ਸੀ, ਕਿੱਦਾਂ ਦੀ ਲੱਗੀ? ਸੋ ਯੂ ਆਰ ਬੀਇੰਗ ਵਾਚਡ, ਨੋ ਡਾਊਟ ਇਟ ਇਜ਼ ਬ੍ਰੀਚ ਆਫ ਪ੍ਰਾਈਵੇਸੀ। ਮੇਰੀ ਮਰਜ਼ੀ ਤੋਂ ਬਿਨਾਂ ਮੇਰਾ ਵੀਡੀਓ ਨਹੀਂ ਬਣਾ ਸਕਦੇ, ਦੱਸ ਕੇ ਮੈਨੂੰ ਬਣਾ ਸਕਦੇ ਹੋ, ਪਰ ਜੇ ਹੁਣ ਉਹ ਦੱਸ ਕੇ ਪੈਸੇ ਮੰਗਣ ਵਾਲੇ ਦਾ ਕਿਵੇਂ ਬਣਾਊਗਾ? ਸਰ telka.com ਹੋਇਆ ਸੀ, ਯਾਦ ਹੋਏਗਾ ਤੁਹਾਨੂੰ, ਬੜੇ ਸਾਲ ਪਹਿਲਾਂ। ਸੋ ਇਹ ਚੀਜ਼ਾਂ ਚੰਗੀਆਂ ਨੇ, ਉਹਦੇ ਲਈ ਆਥੈਂਟਿਕ ਇਨਸਟਰੂਮੈਂਟ, ਆਥੈਂਟਿਕ ਸੋਰਸ, ਆਥੈਂਟਿਕ ਚੀਜ਼ਾਂ ਕੀਤੀਆਂ ਜਾਣਗੀਆਂ ਤੇ ਡੈਫੀਨੇਟਲੀ ਬੜਾ ਵਧੀਆ ਤਰੀਕਾ ਹੈ। ਬਟ ਇੱਕ ਗੱਲ ਹੋਰ ਦੱਸ ਦਿੰਦਾ, ਚੋਰ ਨੂੰ ਫੜਨ ਦਾ ਆਸਾਨ ਤਰੀਕਾ ਜੇ ਸਰਕਾਰ ਚਾਹਵੇ ਤੇ। ਬਾਜ਼ਾਰ 'ਚ ਇਹ ਵਾਲਾ ਇੰਸਟਰੂਮੈਂਟ 100 ਰੁਪਏ ਦਾ ਹੈ, ਇਹਦੀ ਕੋਟੇਸ਼ਨ 250 ਰੁਪਏ ਦੀ ਪਾਸ ਹੋ ਜੇ, 105 ਰੁਪਏ ਦੀ ਵੀ ਪਾਸ ਹੋ ਜੇ। ਕੀ ਗੱਲ, ਜਿਹੜੇ ਬੰਦੇ ਆ ਠੇਕਾ ਪਾਸ ਕਰਦੇ ਉਹਨਾਂ ਨੇ ਅੱਖਾਂ ਤੇ ਪੱਟੀ ਬੰਨੀ ਹੈ। ਤੁਹਾਨੂੰ ਅੱਜ ਇੰਨੀ ਗੱਲ ਦੱਸਦਾ, ਜਿੰਨੇ ਵੀ ਸਰਕਾਰ ਦੇ ਠੇਕੇ ਪਾਸ ਹੁੰਦੇ ਆ 30% ਤੱਕ ਕਮਿਸ਼ਨਾਂ ਜਾਂਦੀਆਂ, 30%। ਸ਼ੁਰੂ ਹੋ ਜਾਓ ਜੇਈ ਤੋਂ, ਆਡਿਟ ਡਿਪਾਰਟਮੈਂਟ, ਜੇਈ ਤੋਂ ਬਾਅਦ ਉਹਦਾ ਐਸਡੀਓ, ਉਸ ਤੋਂ ਬਾਅਦ ਉਹਦਾ ਐਕਸੀਅਨ ਹੈ, ਆਡਿਟ ਡਿਪਾਰਟਮੈਂਟ ਹੈ, ਬਿਲਿੰਗ ਡਿਪਾਰਟਮੈਂਟ ਹੈ, ਆਰਏਆਰ ਸੈਕਸ਼ਨ ਹੈ, ਉਹਦਾ ਐਕਸੀਅਨ ਕੀ, ਹੈੱਡ ਕੀ, ਪੂਰਾ ਸੀਕੁਐਂਸ ਬਣਿਆ ਵੀ ਇਹਦੀ 1% ਦੀ, 2% ਦੀ, 6% ਦੀ, 5%। ਚਾਹੇ ਉਹ ਐਮਈਐਸਏ ਤੇ, ਚਾਹੇ ਉਹ ਪੀਡਬਲਿਊਡੀ ਤੇ, ਸੀਪੀਡਬਲਿਊਡੀ ਜਾਂ ਕੋਈ ਵੀ ਮਹਿਕਮਾ ਹੋਵੇ ਜਿਹੜਾ ਵੀ ਪ੍ਰੋਕਿਉਰਮੈਂਟ ਕਰਦਾ ਹੈ। ਤੇ ਜਿਹੜੀ ਦਵਾਈ, ਮੈਂ ਦਵਾਈ ਖਾਨਾ ਇੱਕ, ਉਹਦੇ ਤੇ 80 ਰੁਪਏ ਕੁਛ ਪੈਸੇ ਕੀਮਤ ਲਿਖੀ ਹੈ। ਮੇਰੇ ਕੋਲ ਹੁਣ ਮੇਰਾ ਕਲਾਇੰਟ ਹੈ, ਉਹ ਲੁਧਿਆਣੇ ਦਵਾਈਆਂ ਦਾ ਹੋਲਸੇਲ ਡੀਲਰ ਹੈ। ਮੈਨੂੰ ਕਹਿੰਦਾ ਮੱਲਨ ਸਾਹਿਬ ਇਹ ਉਹਦੇ ਸਾਹਮਣੇ ਦਵਾਈ ਖਾਦੀ, ਕਹਿੰਦਾ ਇਹ ਕਿੰਨੇ ਦਾ ਲਿਆਂਦਾ ਜੇ ਪਤਾ? ਮੈਂ ਕਿਹਾ ਜੀ ਇਹ ਫਲਾਣੀ ਫਾਰਮੇਸੀ ਤੋਂ ਲਿਆ, 10% ਡਿਸਕਾਊਂਟ ਮਿਲਿਆ। ਕਹਿੰਦਾ ਫਿਰ ਵੀ ਕਿੰਨੇ ਦਾ? ਮੈਂ ਕਿਹਾ 80 ਰੁਪਏ ਕੁਛ ਪੈਸੇ ਸੀ, ਤੇ ਉਹ 72-73 ਰੁਪਏ ਦਾ ਮਿਲ ਗਿਆ। ਕਹਿੰਦਾ 13 ਰੁਪਏ ਦਾ ਸਾਡੇ ਕੋਲ ਲੈ ਲਿਆ ਕਰੋ। ਔਰ ਬ੍ਰਾਂਡ ਐਥੀਕਲ ਦਵਾਈ ਦੀ ਗੱਲ ਕਰ ਰਿਹਾ ਮੈਂ, ਐਥੀਕਲ। ਜੈਨਰਿਕ ਤੇ ਬਹੁਤ ਹੀ ਸਸਤੀ ਹੈ, ਉਹ ਤੇ ਸ਼ਾਇਦ 2 ਰੁਪਏ ਦਾ ਪੱਤਾ ਹੋਏਗਾ ਉਹ ਵਾਲਾ। ਐਥੀਕਲ ਦਵਾਈ ਦੀ ਗੱਲ ਕਰ ਰਹੇ ਵੀ ਕਿਤੋਂ ਵੀ ਲੈ ਲਓ। ਕਹਿੰਦਾ 13 ਰੁਪਏ ਦਾ ਅਸੀਂ ਵੇਚਦੇ ਹਾਂ, ਮੈਂ ਤੁਹਾਨੂੰ 11 ਚ ਵੀ ਦੇ ਦੂੰਗਾ। ਯਾਨੀ ਕਿ ਇੰਨਾ ਜ਼ਿਆਦਾ ਆਸੇ-ਪਾਸੇ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡੇ ਕਹਿਣ ਦਾ ਮਤਲਬ। 80 ਰੁਪਏ ਵਾਲਾ ਐਮਆਰਪੀ ਦੀ ਦਵਾਈ ਜੇ ਕੋਟੇਸ਼ਨ ਉਹਦੀ 78 ਰੁਪਏ ਦੀ ਵੀ ਆ ਗਈ ਤੇ 13 ਰੁਪਏ ਤੋਂ 78 ਰੁਪਏ 'ਚ ਬਹੁਤ ਫਰਕ ਹੈ ਸਰ। ਪਰ ਹੁਣ ਥੋੜਾ ਜਿਹਾ ਲਾਸਟ ਇਹਨਾਂ ਦੱਸੋ, ਹੁਣ ਵਿਜੇ ਸਿੰਗਲਾ ਵਾਸਤੇ ਮੁਸ਼ਕਲਾਂ ਕੀ ਲੱਗਦੇ ਆ ਵੀ ਇਹਦੇ ਵਿੱਚ? ਯਾਨੀ ਕਿ ਦੋਨੇ ਰਸਤੇ ਨੇ, ਹਜੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਵਿਜੇ ਸਿੰਗਲਾ ਦੋਸ਼ੀ ਨੇ ਜਾਂ ਨਹੀਂ ਹੈਗੇ। ਸਜ਼ਾ 5 ਸਾਲ ਹੈ ਮੈਕਸਿਮਮ। ਆਪਾਂ ਹੁਣ ਸਟੇਟ ਵੱਲੋਂ ਸੋਚੀਏ 5 ਸਾਲ ਦੀ ਸਜ਼ਾ ਹੈ, ਤੇ ਜਿੱਦਣ ਵੀ ਇਹਦੀ ਫਸਟ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ, ਜੁਡੀਸ਼ੀਅਲ ਰਿਮਾਂਡ 'ਚ ਚਲੇ ਗਏ, 14 ਦਿਨ ਤੋਂ ਬਾਅਦ ਕਿਸੇ ਦਿਨ ਵੀ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ, ਪਹਿਲੀ ਗੱਲ। ਫਿਰ ਉਹ ਆਪਣਾ ਪੱਖ ਰੱਖਣਗੇ, ਕੋਈ ਸ਼ੱਕ ਨਹੀਂ ਇਹਦੇ 'ਚ। ਦੂਸਰੀ ਗੱਲ ਇਹ ਹੈ ਕਿ ਜੇ ਮੰਨ ਲਓ ਸਟੇਟ ਨੇ ਜ਼ਿਆਦਾ ਡਿੱਕਾ ਪਾਇਆ, ਤੇ ਜਿੱਦਣ ਉਹਨਾਂ ਦਾ ਚਲਾਨ ਪੇਸ਼ ਹੋ ਜਾਂਦਾ ਹੈ, ਕਿਉਂਕਿ ਉਹ ਇਹਦੇ 'ਚ ਵੀ ਲਿਮਿਟ ਹੋਏਗੀ। 2 ਧਾਰਾ ਹੈਗੀਆਂ ਸਾਡੇ ਕੋਲ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜੇ ਸਟੇਟ ਚਲਾਨ ਨਹੀਂ ਪੇਸ਼ ਕਰ ਸਕੀ, ਬੰਦਾ 90 ਦਿਨ ਤੋਂ ਬਾਅਦ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਇਹ ਸਟੇਟ ਦੀ ਨਾਕਾਮਯਾਬੀ ਹੋਏਗੀ ਜੇ 90 ਦਿਨ 'ਚ ਚਲਾਨ ਪੇਸ਼ ਨਹੀਂ ਹੁੰਦਾ। ਚਲਾਨ ਪੇਸ਼ ਹੋਣਾ ਸਜ਼ਾ 'ਚ ਫਰਕ ਨਹੀਂ ਪੈਣਾ, ਪਰ ਚਲਾਨ ਨਾ ਪੇਸ਼ ਹੋਣਾ ਜ਼ਮਾਨਤ ਮਿਲ ਜਾਣੀ ਹੈ, ਤੇ ਜ਼ਮਾਨਤ ਮਿਲ ਕੇ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਟਾਈਮ ਮਿਲੇਗਾ, ਵਕਤ ਮਿਲੇਗਾ, ਜ਼ਰੀਆ ਮਿਲੇਗਾ, ਉਹ ਰੱਖਿਆ ਜਾਏਗਾ। ਬਿਲਕੁਲ ਕਹਿ ਸਕਦੇ ਕਿ ਆਖਰ ਜਿਹੜਾ ਕੱਲ੍ਹ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ, ਵਿਜੇ ਸਿੰਗਲਾ ਜਦੋਂ ਜੇ ਕਹੀਏ ਕਿ ਜੇਲ੍ਹ ਜਾਂਦੇ ਨੇ, ਜੇਲ੍ਹ ਜਾਣ ਤੋਂ ਹਾਲਾਂਕਿ 3 ਦਿਨ ਦਾ ਰਿਮਾਂਡ ਉਹਨਾਂ ਦਾ ਹੈਗਾ, ਤਾਂ ਉਹਨਾਂ ਦੇ ਪੂਰੇ ਕੇਸ ਦੇ ਵਿੱਚ ਆਖਰਕਾਰ ਜਿਹੜੀ ਐਫਆਈਆਰ ਦਰਜ ਹੋਈ ਹੈ, ਕਿਉਂਕਿ ਬੇਸ ਇਸ ਤੋਂ ਬਾਅਦ ਹੁਣ ਅੱਗੇ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਣੀ ਆ, ਉਹਦੇ ਵਿੱਚ ਦੇ ਇਹ ਮੁੱਢਲੇ ਪਹਿਲੂਆਂ ਤੇ ਜਾਂਚ ਸੀ ਕਿ ਆਖਰ ਕਰਕੇ ਜੇ ਇਹ ਕਾਰਵਾਈ ਤਾਂ ਹੋਗੀ, ਪਰ ਉਹਦੇ ਵਿੱਚ ਕੱਲ ਨੂੰ ਵਿਜੇ ਸਿੰਗਲਾ ਵਾਸਤੇ ਮੁਸ਼ਕਲਾਂ, ਜਾਂ ਕਹੀਏ ਵਿਜੇ ਸਿੰਗਲਾ ਤੇ ਹੋਈ ਕਾਰਵਾਈ ਦੀ ਇਸੇ ਤਰ੍ਹਾਂ ਦੇ ਨਾਲ ਆਖਰੀ ਅੰਜਾਮ ਤੱਕ, ਯਾਨੀ ਕਿ ਇਹਦੀ ਸਜ਼ਾ ਉਹਨਾਂ ਨੂੰ ਮਿਲੂਗੀ, ਜਾਂ ਫਿਰ ਇਹ 'ਚ ਵੀ ਹਜੇ ਬਹੁਤ ਸਾਰੀਆਂ ਚੀਜ਼ਾਂ ਦੇ ਅੜਿੱਕੇ ਹੈਗੇ ਨੇ, ਬਹੁਤ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਹੈਗੀ ਹੈ। ਕਿਉਂਕਿ ਅੱਜ ਭਾਵੇਂ ਵਿਜੇ ਸਿੰਗਲਾ ਨੂੰ ਸਿੱਧਾ ਜੇਲ੍ਹ ਭੇਜਤਾ, ਗ੍ਰਿਫਤਾਰੀ ਉਹਨਾਂ ਦੀ ਹੋ ਗਈ, ਪਰ ਉਹਨਾਂ ਦੇ ਕੋਲੇ ਵੀ ਬਚਣ ਦੇ ਬਹੁਤ ਰਸਤੇ ਨੇ। ਕਹਿੰਦੇ ਵਕੀਲ ਸਾਹਿਬ ਕਿ ਰਹਿਣ ਵਾਲੇ ਹੈਗੇ ਨੇ
WhatsApp ਕਾਲ ਦੇਖ ਕੇ ਕਰਿਓ, ਕਹਿੰਦੇ ਪਰ WhatsApp ਕਾਲ ਇਹ ਨਾ ਸਮਝਿਆ ਜਾਵੇ ਕਿ ਆਖਰਕਾਰ ਜੇ ਤੁਸੀਂ ਕਰ ਲਈ ਤਾਂ ਤੁਹਾਡੀ ਨਾ ਤਾਂ ਕੋਈ ਗੱਲ ਰਿਕਾਰਡ ਹੋ ਰਹੀ ਹੈ ਤੇ ਨਾ ਹੀ ਕੋਈ ਉਹਨੂੰ ਕਦੇ ਐਵੀਡੈਂਸ ਦੇ ਤੌਰ ਤੇ ਵਰਤ ਸਕਦਾ। ਇਹ ਭੁਲੇਖਾ ਹਰ ਕਿਸੇ ਦੇ ਮੰਚ ਵਿੱਚ ਆਉਂਦਾ ਦਿਖਦਾ ਕਿਉਂਕਿ ਜ਼ਿਆਦਾਤਰ ਕਾਲਾਂ ਹੋ ਰਹੀਆਂ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।